ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਬਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਬਿਸਰਿਆ। ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਭਜਨ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵਿਮੁਖ ਹੋਏ RAM ਤੇ, ਲੱਗਨ ਜਨਮ ਵਿਯੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ, ਇਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ।
ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਬਰ ਛਤਰ ਤਖ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਕੱਤੇ ਦੀ ਸਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਕੱਤਕ ਦੇ ਮਹੀਨੇ ਦੁਆਰਾ 12 ਮਾਹਨਾਮੇ ਬਾਣੀ ਵਿੱਚ ਸਤਿਗੁਰੂ ਜੀ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜੋ ਆਪ ਜੀ ਨੇ ਹੁਣੇ ਹੀ ਪਾਵਨ ਸ਼ਬਦ ਸ਼ਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ, ਮਨੁੱਖਾ ਜਨਮ ਰੂਪੀ ਕੱਤਕ ਦਾ ਮਹੀਨਾ ਹੈ। ਇਸ ਮਹੀਨੇ ਦੇ ਵਿੱਚ ਜੀਵ ਜਿਹੜਾ ਹੈ ਇਹ ਕਰਮ ਕਮਾ ਰਿਹਾ ਹੈ। ਕਰਮ ਸੰਸਾਰ ਜਿਹੜਾ ਸਾਡਾ ਸਰੀਰ ਸਾਨੂੰ ਵਾਹਿਗੁਰੂ ਪਾਸੋਂ ਪ੍ਰਾਪਤ ਹੋਇਆ ਹੈ, ਇਹ ਸਰੀਰ ਇੱਕ ਕਰਮ ਭੂਮੀ ਹੈ।
ਜਿਹੋ ਜਿਹੇ ਆਪਾਂ ਕਰਮ ਕਰਦੇ ਹਾਂ ਉਹਦੇ ਮੁਤਾਬਕ ਸਾਨੂੰ ਫਲ ਮਿਲਦਾ ਹੈ। ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਰ ਅਨੇਕਾਂ ਜਿਹੜੇ ਗ੍ਰੰਥ ਨੇ ਉਹਨਾਂ ਤੋਂ ਹਵਾਲੇ ਸਾਨੂੰ ਮਿਲ ਜਾਂਦੇ ਨੇ ਕਿ ਬਾਕੀ ਜੀਵ ਜੋ ਕਰਮ ਕਰਦਾ ਕਰਮਾਂ ਦੇ ਅਨੁਸਾਰ ਹੀ ਜੀਵ ਦੁੱਖ ਸੁੱਖ ਭੋਗ ਰਿਹਾ ਹੈ। ਗੁਰੂ ਪਾਤਸ਼ਾਹ ਇੱਥੇ ਬਚਨ ਕਰਦੇ ਨੇ, ਜਦੋਂ ਜੀਵ ਦਾ ਕੋਈ ਚੰਗਾ ਕੰਮ ਹੋਵੇ ਜਿਹਦੇ ਰਾਹੀਂ ਜੀਵ ਨੂੰ ਸੰਸਾਰ ਵਿੱਚ ਖੁਸ਼ੀਆਂ ਮਿਲਣ, ਲੋਕਾਂ ਪਾਸੋਂ ਵਾਹ-ਵਾਹ ਪ੍ਰਾਪਤ ਹੋਵੇ, ਲੋਕ ਮਾਣ ਦੇਣ, ਸਨਮਾਨ ਦੇਣ, ਤੇ ਉਦੋਂ ਫਿਰ ਜੀਵ ਕਹਿੰਦਾ ਫਲਾਣਾ ਕੰਮ ਮੈਂ ਕੀਤਾ ਹੈ, ਇਹ ਕੰਮ ਮੈਂ ਕੀਤਾ। ਪਰ ਜਦੋਂ ਇਹਦੇ ਉਲਟ ਕੋਈ ਮਾੜਾ ਕੰਮ ਹੋ ਜਾਵੇ, ਸਮਾਜਿਕ ਦੀ ਨਿਗਾਹ ਵਿੱਚ ਸਮਾਜ ਦੇ ਲੋਕ ਲਾਹਣਤਾਂ ਪਾਣ ਤੇ ਗੁਰੂ ਸਵਾਰਿਓ, ਉਦੋਂ ਫਿਰ ਜੀਵ ਕਹਿੰਦਾ ਹੈ ਇਹ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਰਮਾਤਮਾ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ। ਪਰ ਸਤਿਗੁਰੂ ਕਹਿੰਦੇ ਨਹੀਂ, ਤੂੰ ਕਿਸੇ ਨੂੰ ਦੋਸ਼ ਨਾ ਦੇਣਾ ਕਰ ਜੀਵ, ਇਹ ਤੇਰੇ ਆਪਣੇ ਕਰਮ ਨੇ, ਜੋ ਤੈਂ ਕਰਮ ਕੀਤੇ ਨੇ ਉਹ ਭੋਗੇ ਨੇ, ਉਹ ਭੋਗ ਰਿਹਾ ਹੈ। ਇਹ ਕਰਮ ਜੀਵ ਦੇ ਦੂਰ ਨਹੀਂ ਹੁੰਦੇ ਹਨ। ਕਵੀ ਹਰਦਿਆਲ ਜੀ ਲਿਖਦੇ ਨੇ ਕਿ ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਇਹ ਭੋਗਣ ਤੋਂ ਬਿਨਾਂ ਦੂਰ ਨਹੀਂ ਹੋ ਸਕਦੇ ਹਨ, ਇਹ ਬਲਵਾਨ ਨੇ। ਪਰ ਜੇ ਗੁਰੂ ਕਿਰਪਾ ਕਰ ਦੇਵੇ ਨਾ, ਗੁਰੂ ਮਿਹਰਾਮਤ ਕਰ ਦੇਵੇ, ਤੇ ਗੁਰੂ ਦੀ ਮਿਹਰਾਮਤ ਦੇ ਨਾਲ ਗੁਰੂ ਸਵਾਰਿਓ ਫਿਰ ਸਤਿਗੁਰੂ ਇਹ ਜਿਹੜੇ ਕਰਮ ਨੇ ਸੁਪਨੇ ਵਿੱਚ ਭਗਾ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪਾਤਸ਼ਾਹ ਦੇ ਇੱਕ ਸ਼ਬਦ ਆਉਂਦਾ ਹੈ, ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਆਪ ਕੀ ਨਿਤ ਦੇਹ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਇਹ ਬਜਾਣੀ, ਮਤ ਜਾਣ ਸਹਿ ਗੱਲੀ ਪਾਇਆ, ਮਾਣ ਕੈ ਮਾਣੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ, ਕਹਿੰਦੇ ਅਮਲ ਕਰ ਧਰਤੀ ਬੀਜ, ਜਿਹੜਾ ਤੇਰੇ ਇਹ ਸਰੀਰ ਹੈ, ਅੰਤःਕਰਨ ਹੈ, ਕਹਿੰਦੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਕਰ। ਜਿਵੇਂ ਜ਼ਿਮੀਂਦਾਰ ਫਸਲ ਬੀਜਣ ਲਈ ਪਹਿਲਾਂ ਹਲ ਵਾਹੁੰਦਾ, ਤਿਆਰ ਕਰਦਾ ਜ਼ਮੀਨ ਨੂੰ, ਜੋ ਜ਼ਮੀਨ ਵਾਹਣ ਯੋਗ ਬੀਜਣ ਯੋਗ ਹੋ ਜਾਂਦੀ ਹੈ ਤੇ ਉਦੋਂ ਬੀਜ ਬੀਜਿਆ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਪਹਿਲਾਂ ਇਸ ਸਰੀਰ ਦੇ ਰਾਹੀਂ ਤੂੰ ਚੰਗੇ ਕਰਮ ਕਰਨਾ ਕਰ, ਲੋਕ ਭਲਾਈ ਦੇ ਕੰਮ ਕਰ, ਸੇਵਾ ਸਿਮਰਨ ਕਰ, ਗੁਰੂ ਦੇ ਦਰ 'ਤੇ ਆ ਕੇ ਝਾੜੂ ਲਾ, ਪੋਚਾ ਲਾ, ਲੋੜਵੰਦਾਂ ਦੀ ਸਹਾਇਤਾ ਕਰ। ਪਹਿਲਾਂ ਇਸ ਸਰੀਰ ਨੂੰ ਇਸ ਤਰ੍ਹਾਂ ਤਿਆਰ ਕਰ। ਮੰਨ ਜਦੋਂ ਤੇਰਾ ਇਹ ਸਰੀਰ ਇਸ ਤਰੀਕੇ ਨਾਲ ਤਿਆਰ ਹੋ ਗਿਆ, ਫਿਰ ਬੀਜ ਸ਼ਬਦੋ ਕਰ, ਫਿਰ ਤੂੰ ਸ਼ਬਦ ਦਾ ਬੀਜ ਬੀਜਣਾ ਕਰ। ਸ਼ਬਦ ਦਾ ਬੀਜ ਕਿਵੇਂ ਬੀਜਣਾ ਹੈ? ਸ਼ਬਦ ਦਾ ਬੀਜ ਬੀਜਣ ਦੇ ਲਈ ਸਾਨੂੰ ਸਤਿਗੁਰ ਦੀ ਬਾਣੀ ਦਾ ਸਹਾਰਾ ਲੈਣਾ ਪਵੇਗਾ, ਸਤਿਗੁਰ ਦੀ ਬਾਣੀ ਪੜ੍ਹਨੀ ਪਵੇਗੀ, ਗੁਰੂ ਪਾਤਸ਼ਾਹ ਦਾ ਬਖਸ਼ਿਆ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨਾ ਪਵੇਗਾ। ਜਿਉਂ-ਜਿਉਂ ਆਪਾਂ ਜਪਦੇ ਜਾਵਾਂਗੇ ਸਾਡਾ ਧਿਆਨ ਕੇਂਦਰਿਤ ਹੁੰਦਾ ਜਾਵੇਗਾ ਤੇ ਬੀਜ ਗੁਰੂ ਸੇ ਬੀਜਿਆ ਜਾਵੇਗਾ। ਤੇ ਇਸ ਤਰ੍ਹਾਂ ਫਿਰ ਇਹ ਸਤਿਗੁਰੂ ਕਹਿੰਦੇ ਇਹ ਸ਼ਬਦ ਦਾ ਬੀਜ ਬੀਜਣਾ ਕਰ। ਹੁਣ ਬੀਜ ਬੀਜ ਦਿੱਤਾ ਗਿਆ, ਬੀਜ ਬੀਜਤਾ ਗੁਰੂ ਸਿਰਫ ਜੇ ਪਾਣੀ ਨਾ ਲੱਗੇ ਫਸਲ ਨੂੰ, ਫਿਰ ਫਸਲ ਨਹੀਂ ਹੋ ਸਕਦੀ ਹੈ। ਤੇ ਗੁਰੂ ਪਾਤਸ਼ਾਹ ਜੀ ਫਿਰ ਸ਼ਬਦ ਦਾ ਬੀਜ ਬੀਜ ਦਿੱਤਾ, ਪਾਣੀ ਕਿਹੜਾ ਲਾਣਾ ਕਰੀਏ? ਤੇ ਪਾਤਸ਼ਾਹ ਉੱਤਰ ਦਿੰਦੇ ਨੇ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ। ਇਹ ਨਹੀਂ ਕਿ ਆਪਣੇ ਮੁੱਖੋਂ ਆਪਾਂ ਵਾਹਿਗੁਰੂ ਵਾਹਿਗੁਰੂ ਆਖੀ ਜਾਈਏ, ਮੁੱਖੋਂ ਆਖਦੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਤੇ ਪਲ ਪਲ ਤੇ ਆਪਾਂ ਝੂਠ ਬੋਲਦੇ ਰਹੀਏ। ਕੀ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲ ਜਾਣਗੀਆਂ? ਇਹ ਤਾਂ ਗੁਰੂ ਸਵਾਰੇ ਉਹ ਜਿਵੇਂ ਕਹਾਵਤ ਬਣੀ ਹੈ ਨਾ
कि मुख में राम राम बगल में छुरी, वो तो फिर बनारस के ठग वाली गल हो जानी है। तो सतगुरु कहते जिहड़ा सच उत्ते सच उपासक बनना, सच उत्ते पहरा देना, सिर भावें कट्टिया जाए पर सच नहीं त्यागना। कहते जिहड़ा सत प्रतगी बनना, कहते ये मानो उस नाम रूपी बीज नूं, शब्द नूं पानी देण दी न्याई है। सच की आव नित दे पानी, होए किरसान ईमान जमाए लै। किरसान तो भावै उद्यमी, उद्यम करन वाला। ईमान तो भावै धर्म, कि किरसान बनना कर, उद्यमी बनना कर। उद्यम किवें करना? जदों अमृत वेले का समा होना, उदों सिख ने अपने शरीर उत्ते आलस नहीं आउण देना, उठ के बैठ जाना, अपने गुरु की याद में जुड़ जाना। ये कहते किरसान बनना कर, होए किरसान ईमान जमाए लै। कहते अपने धर्म विच परपक्क रहना। जो गुरु पातशाह ने जो रहत मर्यादा दसी है, उहदे मुताबिक अपने जीवन नूं बतीत करना। तो पातशाह कहते ने इस तरह, कहते तेरी जिहड़ी ये शुभ कर्मा रूपी फसल है फिर जमेगी। ईमान जमाए लै, भिस्त दोजक मूड़े ए बजाने। इस्लाम दे विच जिवें आपां कहंदे स्वर्ग ते नरक, मुसलमान वीर आखदे ने भिस्त ते दोजक। भिस्त दोजक, भिस्त कहंदे ने स्वर्गां नूं ते दोजक कहंदे नरकां नूं। ते सतगुरु कहंदे जदों इस तरह तूं ये अपने धर्म विच परपक्क होवेगा, सच दा बांधी बन जावेगा, नाम रूपी बीज बीज देवेगा, कहंदे फिर तैनों इन्हां दी लोड़ नहीं पवेगी। की है भिस्त, की है दोजक, तैनूं इहदे बाद ज्ञान हो जाएगा कि तेरा अंदर बिल्कुल शुद्ध हो जाएगा। पर एक गल याद रखनी, अगली पंक्ति पातशाह वचन करते हैं, कहते मत जान सै गल्ली पाया। मता मन विच ये जानना कि गल्लां बातां दे नाल असीं उस रब नूं प्राप्त कर लवांगे। वाहिगुरू दीयां खुशियां सानूं मिल नहीं, गल्लां बातां नाल नहीं। मत जान सै गल्ली पाया, मालक माणै रूप की शोभा, हित विधि जन्म गवाया। मालक माणै, अपनी धन संपदा का माल करना, प्रॉपर्टी का मान करना कि मेरे को बड़ा धन है, जमीन जायदाद का मैं मालक हाँ, उहदे विच ही फुलिया नहीं समाना, इन्ना हंकार हो जाना। दूजा जोवन का जवानी का मान, अपनी प्रभुता का मान। कहते इस तरह, कहते इहदे विच ही गलतान हो के जीव ने अपना मनुखा जन्म व्यर्थ गवा लिया। मिलिया सी जन्म कर्म करन दे लई, चंगे कर्म करन, नाम जपण लई, वाहिगुरू दे गुण गाउण दे लई, पर एवें ही गवा लिया ये मनुखा जन्म। अज मिलिया कल पता नहीं कि मिलना कि नहीं मिलना, ये सतगुरु जानते हैं। शरीर जिहड़ा साडा कर्म भूमि, जिहो जे आपां कर्म करांगे उहो जिहा सानू अगों फल प्राप्त हो जाएगा। कतक कर्म कमावणे दोष न काहू जोग। विद्वानां ने दो प्रकार के कर्मां का वर्णन किया है, एक बेहत कर्म, एक अबेहत कर्म। धर्म ग्रंथां मुताबिक, शास्त्रां मुताबिक ये अगे जिहड़े बेहत कर्म ने ना, ये 5 प्रकार के बन जाते हैं। इन्हां 5 कर्मां की अगे गिणती की गई है। एक हुंदा नित कर्म, कि नितां प्रति जिहड़ा कर्म करना, वो कर्म कैसा? जिवें आपां नितां प्रति अमृत वेले उठदा गुरसिख, इशनान करदा, 10 नोहां की किरत करदा, इशनान करके गुरु सवारे फिर उस मालक की याद में जुड़दा। गुर सतगुर का जो सिख अखाए, सो भल के उठ हर नाम ध्यावै। चा लागे उठ नाम जप, निसबासर आराध, कारा तुझा ने व्यापई, नानक मिटै उपाद। ये साडा सिख गुर सिख का नित का कर्म है। दूजा है निमित्त कर्म, किसे दे निमित्त कर्म करना, किसे कारज नूं मुख रख के कर्म करना।
ਜਿਵੇਂ ਆਪਾਂ ਗੁਰਪੁਰਬ ਵੇਲੇ ਗੁਰਸਿੱਖ ਸੰਗਤਾਂ ਕਰਮ ਕਰਦੀਆਂ ਨੇ, ਕੀਰਤਨ ਦਰਬਾਰ ਕਰ ਲਿਆ, ਕਥਾ ਹੋ ਗਈ, ਜਾਂ ਹੋਰ ਗੁਰੂ ਧਰਮ ਦੇ ਨਿਮਿੱਤ ਕਰਮ ਕੀਤੇ, ਲੋੜਵੰਦਾਂ ਦੀ ਸਹਾਇਤਾ ਕੀਤੀ, ਤਾਂ ਕਿ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲ ਜਾਣ। ਸਤਿਗੁਰ ਨੂੰ ਮੁੱਖ ਰੱਖਦਿਆਂ ਹੋਇਆ, ਗੁਰਪੁਰਬ ਨੂੰ ਮੁੱਖ ਰੱਖ ਵੱਧ ਤੋਂ ਵੱਧ ਬਾਣੀ ਪੜ੍ਹਨੀ, ਸਿਮਰਨ ਕਰਨਾ। ਕਿ ਨਿਮਿੱਤ ਕਰਮ ਕਿਸੇ ਕਾਰਜ ਦੇ ਸਫਲਤਾ ਨੂੰ ਮੁੱਖ ਰੱਖਦਿਆਂ ਹੋਇਆਂ ਕਰਮ ਕਰਨਾ, ਉਹਨੂੰ ਆਖਿਆ ਜਾਂਦਾ ਨਿਮਿੱਤ ਕਰਮ। ਇੱਕ ਹੁੰਦਾ ਸ਼ਕਾਮ ਕਰਮ, ਤੀਜਾ ਸ਼ਕਾਮ ਕਰਮ, ਕਾਮਨਾ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਮੈਂ ਗੁਰੂ ਪਾਤਸ਼ਾਹ ਪਾਸੋਂ ਆਹ ਪਦਾਰਥ ਲੈਣਾ, ਮੈਂ ਸਤਿਗੁਰ ਦੇ ਦਰ 'ਤੇ ਇੰਨੇ ਦਿਨ ਸੇਵਾ ਕਰਾਂਗਾ, ਇੰਨੇ ਝਾੜੂ ਪੋਚਾ ਲਾਣਾ, ਇੰਨੀ ਮੈਂ ਬਾਣੀ ਪੜ੍ਹਨੀ, ਬਾਣੀ ਪੜ੍ਹ ਕੇ ਮੈਂ ਗੁਰੂ ਦੇ ਚਰਨਾਂ 'ਚ ਬੇਨਤੀਆਂ ਕਰਕੇ ਆਪਣੀ ਕਾਮਨਾ ਪੂਰੀ ਕਰਾਉਣੀ ਹੈ। ਜੇ ਮਨ ਕਰਕੇ ਗੁਰੂ ਸਾਹਿਬ ਸਤਿਗੁਰ ਦੀ ਬਾਣੀ ਪੜ੍ਹੀਏ, ਮਨ ਕਰਕੇ ਵਿਚਾਰੀਏ, ਅਤੇ ਸਾਡੇ ਸਤਿਗੁਰੂ ਭਾਵਨਾਵਾਂ ਪੂਰੀਆਂ ਕਰਦੇ ਨੇ। ਆਪਾਂ ਪੜ੍ਹਦੇ ਹਾਂ ਸਤਿਗੁਰ ਦੇ ਰੋਜ਼ਾਨਾ ਬਚਨ ਕਿ ਸਤਿਗੁਰ ਪਾਸ ਬੇਨੰਤੀ ਆ, ਮਿਲਾ ਨਾਮ ਆਧਾਰਾ, ਤੁਠਾ ਸੱਚਾ ਪਾਤਸ਼ਾਹੋ, ਤਾਪ ਗਿਆ ਸੰਸਾਰਾ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਸੱਚ ਤੇਰੀ ਸਾਮਗਰੀ, ਸੱਚ ਤੇਰੇ ਦਰਬਾਰਾ, ਹਚ ਤੇਰੇ ਖਜ਼ਾਨਿਆਂ, ਸੱਚ ਤੇਰਾ ਪਾਸਾਰਾ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ, ਹੋਂ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਤੇ ਅਗਲੀਆਂ ਪੰਕਤੀਆਂ ਪਾਤਸ਼ਾਹ ਉੱਤਰ ਦਿੰਦੇ ਨੇ, ਕਹਿੰਦੇ ਨੇ ਹੋਂ ਬਲਿਹਾਰੀ ਤੇਰਾ ਸੇਵਕਾ, ਜਿਨ ਹਰ ਨਾਮ ਪਿਆਰਾ, ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰੇ ਚਰਨਾਂ ਕੋ ਬਲਿਹਾਰਾ। ਤੇ ਸਤਿਗੁਰ ਨੇ ਗੱਲ ਮੁਕਾ ਦਿੱਤੀ ਕਿ ਸਾਰੀਆਂ ਇੱਛਾ ਪੂਰੀਆਂ ਹੋ ਸਕਦੀਆਂ ਨੇ ਜੇ ਇਸ ਤਰੀਕੇ ਨਾਲ ਤੂੰ ਆਪਣੇ ਸਤਿਗੁਰ ਦੇ ਚਰਨਾਂ 'ਚ ਅਰਜ਼ੋਈ ਕਰੇ, ਬੇਨਤੀ ਕਰੇ, ਤੇ ਗੁਰੂ ਫਿਰ ਇੱਛਾ ਪੂਰੀਆਂ ਕਰਦਾ। ਇਹ ਤੀਜਾ ਕਰਮ ਹੈ ਸ਼ਕਾਮ ਕਰਮ, ਕਾਮਨਾ ਨੂੰ ਮੁੱਖ ਰੱਖਦੇ ਹੋਇਆਂ ਕਰਮ ਕਰਨਾ। ਤੇ ਗੁਰੂ ਇਹ ਵੀ ਸਾਡੇ ਕਰਮ ਪੂਰੇ ਕਰਦਾ ਹੈ। ਸਾਡੀਆਂ ਕਾਮਨਾ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕਾਰੋਬਾਰ ਮੰਗਦਾ, ਜੋ ਆਪਾਂ ਮੰਗਦੇ ਹਾਂ ਸਾਡੀ ਭਾਵਨਾ ਮੁਤਾਬਕ ਸਤਿਗੁਰੂ ਸਾਨੂੰ ਦੇ ਰਹੇ ਨੇ। ਜਿਹਨੂੰ ਨਹੀਂ ਮਿਲਦਾ ਕਿ ਹਾਲੇ ਉਹਦੀ ਭਾਵਨਾ ਨਹੀਂ ਬਣੀ ਹੈ, ਇਹ ਗੱਲ ਖਿਆਲ। ਗੁਰੂ ਤਾਂ ਪਦਾਰਥ ਲੈ ਕੇ ਬੈਠਾ ਹੋਇਆ ਹੈ, ਦੇਖਦਾ ਕਿ ਮੇਰਾ ਸਿੱਖ ਮੇਰੇ ਪਾਸੋਂ ਮੰਗੇ, ਮੈਂ ਸਿੱਖ ਨੂੰ ਦੇਣਾ ਕਰਾਂ। ਜਦੋਂ ਸਾਡੀ ਭਾਵਨਾ ਸ਼ੁੱਧ ਹੋ ਗਈ ਤੇ ਗੁਰੂ ਨੇ ਆਪਣੇ ਆਪ ਹੀ ਦੇ ਦੇਣਾ ਹੈ। ਇਹ ਤੀਸਰਾ ਕਰਮ। ਤੇ ਚੌਥਾ ਹੈ ਨਿਸ਼ਕਾਮ ਕਰਮ। ਕੋਈ ਕਾਮਨਾ ਨਹੀਂ ਰੱਖਣੀ, ਕਾਮਨਾ ਤੋਂ ਰਹਿਤ ਹੋ ਕੇ। ਬਹੁਤ ਸਾਰੇ ਪ੍ਰਭੂ ਦੇ ਪਿਆਰੇ, ਗੁਰੂ ਦੇ ਪਿਆਰੇ ਇਹੋ ਜਿਹੇ ਹੋਏ ਨੇ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ, ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ, ਬਸ ਪ੍ਰਭੂ ਦੀਆਂ ਖੁਸ਼ੀਆਂ ਲੈਣ ਵਾਸਤੇ ਕਰਮ ਕੀਤੇ ਤੇ ਗੁਰੂ ਸਵਾਰਿਓ। ਉਹ ਫਿਰ ਪ੍ਰਭੂ ਦਾ ਹੀ ਰੂਪ ਬਣ ਗਏ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਫਿਰ ਮਾਲਕ ਦੀ, ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਚੌਥਾ ਕਰਮ ਹੈ ਨਿਸ਼ਕਾਮ ਕਰਮ। ਤੇ ਪੰਜਵਾਂ ਕਰਮ ਹੈ ਪ੍ਰਾਸ਼ਿਤ ਕਰਮ। ਪ੍ਰਾਸ਼ਿਤ ਕਰਮ ਆਪਣੀਆਂ ਕੀਤੇ ਹੋਏ ਗੁਨਾਹਾਂ ਨੂੰ ਬਖਸ਼ਾਉਣ ਵਾਸਤੇ। ਜਿਵੇਂ ਅੰਮ੍ਰਿਤਧਾਰੀ ਸਿੰਘ ਹੋਵੇ, ਅੰਮ੍ਰਿਤਧਾਰੀ ਸਿੰਘ ਤੋਂ ਕੋਈ, ਜਿਵੇਂ ਸਤਿਗੁਰੂ ਜੀ ਪੰਜ ਪਿਆਰੇ ਸਾਹਿਬਾਨ ਸਾਨੂੰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿੰਦੇ ਨੇ ਕਿ ਭਾਈ 4 ਬੱਜਰ ਕਹਿਤਾਂ ਤੋਂ ਬਚਣਾ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕੋਈ ਨਸ਼ੇ ਦਾ ਸੇਵਨ ਨਹੀਂ ਕਰਨਾ। ਮਨ ਹੋਵੇ ਅੰਮ੍ਰਿਤਧਾਰੀ ਹੋਵੇ, ਗੁਰੂ ਕਾ ਸਿੱਖ, ਤੇ ਗੁਰੂ ਸਵਾਰੇ ਇਹਨਾਂ ਵਿੱਚੋਂ ਕੋਈ ਕਰਮ ਕਰ ਦਵੇ, ਕੋਈ ਬੱਜਰ ਕਰੈਤ ਕਰ ਦਵੇ, ਤੇ ਉਹ ਕਰੈਤ ਕੀਤੀ ਹੋਈ ਕਰੈਤ ਫਿਰ ਪੰਜ ਪਿਆਰੇ ਸਾਹਿਬਾਨਾਂ ਕੋਲ ਬਖਸ਼ਾਈ ਜਾਂਦੀ ਹੈ। ਗੁਰੂ ਦੀ ਹਜ਼ੂਰੀ ਵਿੱਚ ਆ ਕੇ ਉਹ ਪੰਜ ਪਿਆਰਿਆਂ ਦੀ ਮਰਜ਼ੀ ਹੈ, ਉਹਨਾਂ ਨੇ ਮਤਾ ਪਕਾਉਣਾ ਦਾ ਆਪਸ ਵਿੱਚ, ਚਾਹੇ ਉਹ ਗੁਰੂ ਸਰੇ ਅੰਮ੍ਰਿਤ ਛਕਾਉਣ, ਚਾਹੇ ਉਹ ਤਨਖਾਹ ਲਾਉਣ, ਉਹਨਾਂ ਦੀ ਮਰਜ਼ੀ ਹੈ, ਕਿਉਂ ਗੁਰੂ ਦਾ ਰੂਪ ਹੁੰਦੇ ਨੇ ਉਸ ਸਮੇਂ। ਤੇ ਫਿਰ ਉਹ ਜਿਹੜਾ ਉਸ ਸਮੇਂ ਪੰਜ ਪਿਆਰੇ ਸਾਹਿਬਾਨ ਗੁਰੂ ਸਵਾਰੀ ਤਨਖਾਹ ਲਾਉਂਦੇ ਨੇ
कि ਇੰਨੇ ਦਿਨ ਭਾਈ ਤਾਂ ਸੇਵਾ ਕਰਨੀ ਹੈ, ਝਾੜੂ ਪੋਚਾ ਲਾ, ਇੰਨੀ ਤਾਂ ਬਾਣੀ ਪੜ੍ਹਨੀ ਹੈ, ਆਪਣੇ ਨਿਤਨੇਮ ਤੋਂ ਬਿਨਾਂ ਧਾਰਮਿਕ ਸਜ਼ਾ ਹੁੰਦੀ ਹੈ। ਫਿਰ ਉਹ ਜਿਹੜੇ ਜਿਨ੍ਹਾਂ ਦੇ ਅੰਦਰ ਭਾਵਨਾ ਹੁੰਦੀ ਕਿ ਨਹੀਂ ਮੈਂ ਕੀਤੇ ਹੋਏ ਗੁਨਾਹਾਂ ਨੂੰ ਬਖਸ਼ਾਉਣਾ ਹੈ, ਉਹ ਭਾਵਨਾ ਰੱਖ ਕੇ ਗੁਰੂ ਸਹੁਰੇ ਫਿਰ ਆਪਣੀ ਤਨਖਾਹ ਪੂਰੀ ਕਰਦੇ ਨੇ। ਜਿਹੜਾ ਇਸ ਤਰ੍ਹਾਂ ਦਾ ਕਰਮ ਕਰਨਾ ਉਹਨੂੰ ਆਖਿਆ ਜਾਂਦਾ ਹੈ ਪ੍ਰਾਸ਼ਿਤ ਕਰਮ। ਆਪਣੇ ਕੀਤੇ ਦਾ ਪਛਚਾਤਾਪ ਕਰਨਾ। ਤੇ ਗੁਰੂ ਸਵਾਰੇ ਇਹ 5 ਪ੍ਰਕਾਰ ਦੇ ਬੇਹਿਤ ਕਰਮ ਤੋਂ ਅੱਗੇ 5 ਪ੍ਰਕਾਰ ਦੇ ਕਰਮਾਂ ਦੀ ਗਿਣਤੀ ਕੀਤੀ ਗਈ ਹੈ। ਅੱਗੇ ਹੁੰਦਾ ਅਵੇਹਿਤ ਕਰਮ। ਅਵੇਹਿਤ ਕਰਮ ਨੂੰ ਆਖਿਆ ਜਾਂਦਾ ਹੈ ਜਿਹੜੇ ਕਰਮਾਂ ਨੂੰ ਕਰਨ ਲਈ ਸਾਡੇ ਗੁਰੂ ਪਾਤਸ਼ਾਹ ਸਾਨੂੰ ਇਜਾਜ਼ਤ ਨਾ ਦੇਣ। ਜਿਹੜੇ ਕਰਮ ਮਨਮੁਖ ਜੀਵ ਕਰਦਾ ਹੈ, ਗੁਰਮੁਖ ਨਹੀਂ ਕਰਦਾ, ਮਨਮੁਖ ਜੀਵ। ਚੋਰੀ ਕਰਨੀ, ਜਾਰ ਮਾਰ ਕਰਨੀ, ਪਰ ਪੁਰਸ਼ ਜਾਂ ਪਰ ਇਸਤਰੀ ਦੀ ਸੰਗਤ ਕਰਨੀ, ਹੋਰ ਅਨੇਕਾਂ ਪ੍ਰਕਾਰ ਦੇ ਨਸ਼ੇ ਦਾ ਸੇਵਨ ਕਰਨਾ, ਜਿਹਦੇ ਲਈ ਸਾਡੇ ਗੁਰੂ ਪਾਤਸ਼ਾਹ ਸਾਡੇ ਧਰਮ ਗ੍ਰੰਥ ਸਾਨੂੰ ਇਜਾਜ਼ਤ ਨਹੀਂ ਦਿੰਦੇ ਹਨ। ਫਿਰ ਉਹ ਗੁਰੂ ਸਵਾਰੇ ਇਹਨਾਂ ਉੱਤੇ ਫਿਰ ਸਤਿਗੁਰ ਦੀ ਕਿਰਪਾ ਨਹੀਂ ਹੁੰਦੀ, ਰਹਿਮਤ ਨਹੀਂ ਹੁੰਦੀ ਹੈ। ਇਹ ਕਰਮਾਂ ਦੀ ਗਿਣਤੀ ਵਿਦਵਾਨਾਂ ਨੇ ਕੀਤੀ ਹੈ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਤੂੰ ਸੰਸਾਰ ਘਰ ਵਿੱਚ ਆਇਆ, ਤੂੰ ਇੱਥੇ ਤੇਰਾ ਸਰੀਰ ਕਰਮ ਭੂਮੀ ਹੈ, ਤੈਨੂੰ ਮਾਲਕ ਨੇ ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਇਹਨਾਂ ਦੇ ਰਾਹੀਂ ਤੂੰ ਕਰਮ ਕਰ। ਜੇ ਤੈਨੂੰ ਦੁੱਖ ਆਇਆ, ਦੁੱਖ ਵੇਲੇ ਤੂੰ ਘਬਰਾਉਣਾ ਨਾ ਕਰ, ਦੁੱਖ ਵੇਲੇ ਉਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰ। ਅਤੇ ਜੇ ਸੁੱਖ ਆਇਆ, ਸੁੱਖ ਵੇਲੇ ਤੂੰ ਵਾਹਿਗੁਰੂ ਨੂੰ ਭੁੱਲਣਾ ਨਾ ਕਰ, ਅਤੇ ਸੁੱਖ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਕਰ। ਤੇਰੇ ਫਿਰ ਜਿਹੜੇ ਕੀਤੇ ਹੋਏ ਕਰਮ ਨੇ ਆਪਣੇ ਆਪ ਹੀ ਮਾਲਕ ਨੇ ਬਖਸ਼ ਦੇਣੇ ਨੇ। ਕਹਿੰਦੇ ਦੋਸ਼ ਕਿਹਨੂੰ ਦਿੰਦਾ ਭਾਈ ਤੂੰ? ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈ। ਤੇਰੇ ਆਪਣੇ ਕੀਤੇ ਹੋਏ ਕਰਮ ਤੂੰ ਕਮਾ ਰਿਹਾ, ਭੋਗ ਰਿਹਾ ਹੈ। ਕਿਉਂਕਿ ਇਹ ਕਰਮ ਜੀਵ ਨੂੰ ਕਿਉਂ ਇਹ ਲੱਗਦੇ ਨੇ? ਕਹਿੰਦੇ ਕਿਸ ਤਰ੍ਹਾਂ ਇਹ ਦੁੱਖ ਲੱਗਦਾ ਜੀਵ ਨੂੰ, ਹਾਲਤ ਕੈਸੀ ਹੋਈ ਹੈ? ਅਤੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਪਰਮੇਸ਼ਰ ਨੂੰ ਵਿਸਾਰਨ ਕਰਕੇ, ਵਾਹਿਗੁਰੂ ਨੂੰ ਭੁਲਾਣ ਕਰਕੇ ਇਹ ਸਾਰੇ ਰੋਗ ਆ ਕੇ ਚਿੰਬੜ ਜਾਂਦੇ ਨੇ। 3 ਪ੍ਰਕਾਰ ਦੇ ਰੋਗਾਂ ਦਾ ਵਰਣਨ ਹੈ, ਆਦਿ, ਵਿਆਧੀ ਅਤੇ ਉਪਾਧੀ। ਮਨ ਕਰਕੇ ਰੋਗੀ ਹੋਣਾ, ਤਨ ਕਰਕੇ ਰੋਗੀ ਹੋਣਾ, ਆਉਂਦੇ ਜਾਂਦੇ ਸਫ਼ਰ ਕਰਦੇ ਆ ਰਸਤੇ ਵਿੱਚ ਦੁਰਘਟਨਾ ਵਾਪਰ ਜਾਣੀ, ਐਕਸੀਡੈਂਟ ਹੋ ਜਾਣਾ, ਠੇਡਾ ਵੱਜ ਕੇ ਡਿੱਗ ਜਾਣਾ, ਕੋਈ ਸੱਟ ਚੋਟ ਲੱਗ ਜਾਣੀ। ਇਹ 3 ਪ੍ਰਕਾਰ ਦੇ ਰੋਗ। ਅਤੇ ਗੁਰੂ ਸਵਾਰੇ ਇਹ ਰੋਗ ਫਿਰ ਪਰਮੇਸ਼ਰ ਨੂੰ ਵਿਸਾਰਨ ਕਰਕੇ ਸਤਿਗੁਰੂ ਕਹਿੰਦੇ ਲੱਗਦੇ ਨੇ। ਜਦੋਂ ਵਾਹਿਗੁਰੂ ਭੁੱਲ ਗਿਆ ਅਤੇ ਉਦੋਂ ਫਿਰ ਇਹ ਸਾਹਮਣੇ ਆ ਜਾਂਦੇ ਨੇ। ਇੱਕ ਦਿਵਿਓ ਦੇਸ਼ ਨਾਮੇ ਰਾਜਾ ਹੋਇਆ, ਦਿਵਿਓ ਦਾਸ ਨਾਮੇ ਰਾਜਾ। ਇਹਦੇ ਘਰ ਵਿੱਚ ਇੱਕ ਬੱਚੀ ਨੇ ਜਨਮ ਲੈਣਾ ਕੀਤਾ। ਬੱਚੀ ਨੂੰ ਬੜੇ ਚਾਵਾਂ ਦੇ ਨਾਲ ਰਾਜੇ ਨੇ ਪਾਲਣਾ ਪੋਸ਼ਣਾ ਕੀਤੀ, ਉਹਨੂੰ ਵਿੱਦਿਆ ਸਿਖਾਈ, ਚੰਗੀ ਵਿੱਦਿਆ ਉਹਨਾਂ ਪ੍ਰਾਪਤ ਕੀਤੀ, ਵੱਡੀ ਹੋ ਗਈ ਬੱਚੀ। ਫਿਰ ਗੁਰੂ ਸਵਾਰੇ ਆਪਣੀ ਬੱਚੀ ਦੀ ਸ਼ਾਦੀ ਕੀਤੀ ਗਈ, ਰਾਜਕੁਮਾਰੀ ਦੀ ਸ਼ਾਦੀ ਹੋਈ। ਕਹਿੰਦੇ ਜਦੋਂ ਰਾਜਕੁਮਾਰੀ ਦੀ ਸ਼ਾਦੀ ਹੋਈ, ਰਾਜਾ ਆਪਣੇ ਘਰ ਵਿੱਚ ਵਿਆਹ ਕੇ ਲਿਜਾ ਰਿਹਾ ਏ, ਅਤੇ ਰਸਤੇ ਦੇ ਵਿੱਚ ਹੀ ਰਾਜਕੁਮਾਰ ਦੀ ਮੌਤ ਹੋ ਗਈ। ਘਰ ਵਿੱਚ ਪਹੁੰਚੇ ਨਹੀਂ, ਰਸਤੇ ਵਿੱਚ ਮੌਤ ਹੋ ਗਈ। ਅਤੇ ਰਸਤੇ ਵਿੱਚ ਦਿਵਿਓ ਦਾਸ ਰਾਜੇ ਦੀ ਲੜਕੀ ਜਿਹੜੀ ਵਿਧਵਾ ਹੋ ਗਈ। ਬੜਾ ਮਨ ਉਦਾਸ ਹੋਇਆ। ਕਿੱਥੇ ਲੜਕੀ ਨੂੰ 16 ਪ੍ਰਕਾਰ ਦੇ ਸ਼ਿੰਗਾਰ ਕਰਕੇ ਭੇਜਿਆ ਸੀ, ਕਿੱਥੇ ਹੁਣ ਗੁਰੂ ਸਰੇ ਵਿਧਵਾ ਦੇ ਲਿਬਾਸ, ਚਿੱਟੇ ਵਸਤਰ ਪਹਿਨੇ ਹੋਏ ਨੇ। ਪਿਤਾ ਲਈ ਮਾਂ ਪਿਤਾ ਲਈ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਕਹਿੰਦੇ ਨੇ ਹੁਣ ਰਾਜਾ ਸੀ, ਘਰ ਵਿੱਚ ਆਏ, ਕੁਝ ਮਹੀਨੇ ਬਤੀਤ ਹੋਏ। ਕੁਝ ਮਹੀਨਿਆਂ ਬਾਅਦ ਕੋਈ ਹੋਰ ਰਾਜਕੁਮਾਰ ਵੇਖਿਆ, ਅਤੇ ਰਾਜਕੁਮਾਰ ਵੇਖਿਆ ਅਤੇ ਫਿਰ ਉਹਦੀ ਸ਼ਾਦੀ ਕਰ ਦਿੱਤੀ ਗਈ। ਅਤੇ ਪ੍ਰਭੂ ਦੀ ਐਸੀ ਖੇਡ ਵਰਤੀ, ਜਦੋਂ ਕਹਿੰਦੇ ਹੁਣ ਵਿਆਹ ਕੇ ਇਹ ਦੂਜੇ ਰਾਜੇ ਦੇ ਕੋਲ ਪਹੁੰਚੀ ਹੈ,
ਰਾਜੇ ਨਾਲ ਮਿਲਾਪ ਹੋਣਾ ਹੈ ਤੇ ਰਾਜੇ ਦੇ ਪੇਟ ਵਿੱਚ ਸੂਲ ਉੱਠਿਆ ਤੇ ਮਿਲਾਪ ਤੋਂ ਪਹਿਲਾਂ ਦੁਆਰਾ ਫਿਰ ਰਾਜੇ ਦੀ ਰਾਜਕੁਮਾਰ ਦੀ ਮੌਤ ਹੋ ਗਈ। ਹੁਣ ਦੂਜੀ ਵਾਰੀ ਵਿਧਵਾ ਹੋ ਗਈ। ਦੂਸਰੀ ਵਾਰੀ ਵਿਧਵਾ ਹੋਈ ਤੇ ਪਿਤਾ ਨੂੰ ਪਤਾ ਲੱਗਿਆ ਤੇ ਪਿਤਾ ਬੜਾ ਦੁਖੀ ਹੋਇਆ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ 21 ਵਾਰੀ ਰਾਜੇ ਦਿਵਯੋ ਦਾਸ ਨੇ ਆਪਣੀ ਲੜਕੀ ਦੀ ਸ਼ਾਦੀ ਕੀਤੀ, 21 ਵਾਰੀ, ਤੇ 21 ਪਤੀ ਦੇ ਚੜ੍ਹਾਈ ਕਰ ਗਏ। ਮਿਲਾਪ ਨਹੀਂ ਹੋਇਆ ਕਿਸੇ ਨਾਲ ਵੀ। ਅਖੀਰ ਤੇ ਰਾਜਾ ਵੀ ਦੁਖੀ ਹੋ ਗਿਆ ਤੇ ਲੜਕੀ ਵੀ ਦੁਖੀ ਹੋਈ। ਇੱਕ ਦਿਨ ਕਹਿੰਦੇ ਘਰ ਦੇ ਵਿੱਚ ਬੈਠੇ ਹੋਏ ਨੇ, ਕੋਈ ਗੱਲਬਾਤ ਹੋਈ ਮਹਿਲਾਂ ਦੇ ਵਿੱਚ। ਰਾਜੇ ਨੇ ਆਪਣੇ ਮਨ ਵਿੱਚ ਇਹ ਗੱਲਾਂ ਬਾਤਾਂ ਰਾਜਾ ਆਪਣੀ ਘਰਵਾਲੀ ਨਾਲ, ਰਾਣੀ ਨਾਲ ਕਰ ਰਿਹਾ ਕਿ ਜਿਹੜੀ ਸਾਡੀ ਧੀ ਹੈ, ਸਾਡੀ ਲੜਕੀ ਹੈ, ਇਹਦੇ ਕਿਹੋ ਜਿਹੇ ਕਰਮ ਨੇ, ਮਾੜੇ ਕਰਮ ਕੀਤੇ ਹੋਏ ਨੇ, ਇਹ ਸਾਡੇ ਕੋਈ ਬਲਾ ਸਾਡੇ ਗਲ ਪੈ ਗਈ ਹੈ। 21 ਵਿਆਹ ਕੀਤੇ ਹੋਣ, 21 ਪਤੀ ਚੜ੍ਹਾਈ ਕਰ ਜਾਣ, ਇਸ ਕਰਕੇ ਇਹ ਠੀਕ ਨਹੀਂ ਹੈ। ਇਹ ਤਾਂ ਕੋਈ ਬਲਾ ਹੈ ਸਾਡੇ ਗਲ ਪਈ ਹੋਈ। ਤੇ ਗੁਰੂ ਸਵਾਰਿਓ, ਉਸ ਲੜਕੀ ਨੇ ਸੁਣਿਆ, ਲੜਕੀ ਦੇ ਕੰਨਾਂ ਵਿੱਚ ਆਵਾਜ਼ ਪਈ ਤੇ ਲੜਕੀ ਬੜੀ ਦੁਖੀ। ਇੱਕ ਲੜਕੀ ਦੇ ਮਾਤਾ ਪਿਤਾ, ਬੱਚੇ ਦੇ ਮਾਤਾ ਪਿਤਾ ਆਖਣ ਸਾਨੂੰ ਬਲਾ ਸਾਡੇ ਗਲ ਪੈ ਗਈ ਹੈ, ਤੇ ਬੱਚੇ ਲਈ ਬਹੁਤ ਵੱਡਾ ਦੁੱਖ ਹੈ। ਜਦੋਂ ਇਹ ਸੁਣਿਆ ਤੇ ਲੜਕੀ ਨੂੰ ਬੜਾ ਦੁੱਖ ਲੱਗਿਆ। ਆਪਣੇ ਆਪ ਨੂੰ ਕੋਸਦੀ, ਆਪਣੇ ਕਰਮਾਂ ਨੂੰ ਕੋਸਦੀ ਹੈ ਕਿ ਬਾਕੀ ਗੱਲ ਤਾਂ ਸਹੀ ਹੈ, ਮੈਂ ਚੰਗੇ ਕਰਮ ਨਹੀਂ ਕੀਤੇ ਕੋਈ ਪਿਛਲੇ ਜਨਮ ਦੇ। ਪਿਛਲੇ ਜਨਮਾਂ ਦਾ ਕਰਮਾਂ ਸੰਧੜਾ ਖੇਤ ਹੈ ਇਹ ਸਰੀਰ, ਉਹਨਾਂ ਕਰਮਾਂ ਕਰਕੇ ਮੈਨੂੰ ਹੁਣ ਇਹ ਸਜ਼ਾ ਮਿਲੀ ਹੈ ਤੇ ਮੈਂ ਹੁਣ ਆਤਮ ਹੱਤਿਆ ਕਰ ਲੈਣੀ ਹੈ, ਮੈਂ ਮਰ ਜਾਣਾ ਹੈ। ਤੇ ਪਰਮੇਸ਼ਰ ਨੂੰ ਲਾਂਭੇ ਦੇਣ ਲੱਗ ਪਈ। ਪਰਮੇਸ਼ਰ ਨੂੰ ਲਾਂਭੇ ਦੇ ਰਹੀ ਹੈ ਤੇ ਮਹਿਲਾਂ ਵਿੱਚੋਂ ਭੱਜੀ ਜੰਗਲ ਵਾਲੇ ਪਾਸੇ ਨੂੰ ਚਲੀ ਗਈ। ਕੁਦਰਤੀ ਤੌਰ 'ਤੇ ਕਹਿੰਦੇ ਮਰਨ ਦੀ ਤਿਆਰੀ ਕਰ ਰਹੀ, ਸੋਚਦੀ ਹੈ ਕਿ ਇਸ ਦਰੱਖਤ ਨਾਲ ਮੈਂ ਕੋਈ ਆਪਣਾ ਕੱਪੜਾ, ਚੁੰਨੀ ਇਤਿਆਦਿਕ ਟੰਗ ਕੇ ਮੈਂ ਆਪਣੇ ਗਲ 'ਚ ਫਾਹਾ ਲੈ ਕੇ ਮਰਨਾ ਕਰਾਂ। ਦੇਵਨੇਤ ਨੂੰ ਐਸੀ ਕਿਰਪਾ ਬਖਸ਼ੀ, ਐਸੀ ਖੇਡ ਵਰਤੀ, ਜਿੱਥੇ ਗੁਰੂ ਸਰੇ ਇਹ ਮਰਨ ਲੱਗੀ ਨਾ, ਉੱਥੇ ਕੋ ਰੱਬ ਦੇ ਪਿਆਰੇ ਮਹਾਤਮਾ ਭਜਨੀਕ ਪੁਰਸ਼ ਬੈਠੇ ਹੋਏ ਸਨ। ਵਿਚਾਰ ਆਈ ਕਿ ਚਲੋ ਮਨਾ, ਮਰਨਾ ਅੱਜ ਨਹੀਂ ਤਾਂ ਕੱਲ੍ਹ ਤਾਂ ਮਰਨਾ ਹੀ, ਖਤਮ ਹੋਣਾ ਹੀ ਹੈ। ਚਲੋ ਜਾਂਦਿਆਂ ਜਾਰੀ ਇਸ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕ, ਜਿਨ੍ਹਾਂ ਦੀ ਅਸੀਸ ਲੈਣਾ ਕਰੀਏ। ਕਹਿੰਦੇ ਜਾ ਕੇ ਮੱਥਾ ਟੇਕਣ ਲੱਗੀ ਤੇ ਮਹਾਂਪੁਰਖਾਂ ਦੇ ਅੱਗੇ ਰੋਣ ਲੱਗ ਪਈ। ਤੇ ਮਹਾਂਪੁਰਖ ਆਖਣ ਲੱਗੇ, ਬੀਬਾ ਕਿਉਂ ਰੋਂਦੀ ਹੈ? ਆਪਣੀ ਸਾਰੀ ਬ੍ਰਿਥਾ ਸੁਣਾਈ ਕਿ ਮੈਂ ਰੋਵਾਂ ਤਾਂ ਹੋਰ ਦੱਸੋ ਕੀ ਕਰਨਾ ਕਰਾਂ। ਮੇਰੇ ਇੱਕ ਲੜਕੀ ਦੀ ਇੱਕ ਸ਼ਾਦੀ ਹੋ ਜਾਵੇ, 2 ਸ਼ਾਦੀਆਂ ਹੋ ਜਾਣ ਵੱਧ ਤੋਂ ਵੱਧ। ਮੇਰੀਆਂ 21 ਸ਼ਾਦੀਆਂ ਹੋਈਆਂ, 21 ਪਤੀ ਮੇਰੇ ਬਣੇ ਤੇ ਪਤੀਆਂ ਨਾਲ ਮੇਰਾ ਮਿਲਾਪ ਵੀ ਨਹੀਂ। ਮਿਲਾਪ ਹੋਣ ਤੋਂ ਪਹਿਲਾਂ ਮੇਰੇ ਪਤੀ ਚੜ੍ਹਾਈ ਕਰ ਗਏ ਤੇ ਇਸ ਕਰਕੇ ਮੈਂ ਦੁਖੀ ਹੋ ਕੇ ਹੁਣ ਮਰਨ ਲੱਗੀ ਹਾਂ। ਮੈਨੂੰ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ, ਪਰਮੇਸ਼ਰ ਝੂਠਾ, ਸਾਰੇ ਝੂਠੇ, ਬਹੁਤ ਪਰਮੇਸ਼ਰ ਦੇ ਖਿਲਾਫ ਬੋਲ ਰਹੀ ਸੀ। ਹੁਣ ਮਹਾਂਪੁਰਖ ਪਹੁੰਚੇ ਹੋਏ ਸੀ, ਕਹਿਣ ਲੱਗੇ ਬੀਬਾ ਪਰਮੇਸ਼ਰ ਨੂੰ ਦੋਸ਼ ਨਾ ਦੇਣਾ ਕਰ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਬਰ ਜਨਾ। ਕਿਸੇ ਨੂੰ ਦੋਸ਼ ਨਾ ਦੇਣਾ ਕਰ, ਤੇਰੇ ਆਪਣੇ ਕਰਮ ਕੀਤੇ ਹੋਏ ਨੇ। ਕਹਿਣ ਲੱਗੀ ਮਹਾਂਪੁਰਖੋ ਮੈਨੂੰ ਸਮਝ ਨਹੀਂ ਆਉਂਦੀ, ਕਰਮ ਪਿਛਲੇ ਕਿਹਨਾਂ ਦੇਖੇ ਨੇ। ਕਹਿਣ ਲੱਗੇ ਸੁਣ ਫਿਰ। ਸੁਣਾਇਆ, ਦੱਸਿਆ ਕਿ ਫਲਾਣੇ ਜਨਮ ਦੇ ਵਿੱਚ ਤੂੰ ਰਾਜੇ ਦੀ, ਤੂੰ ਇੱਕ ਬ੍ਰਾਹਮਣ ਦੀ ਧੀ ਸੀ। ਬ੍ਰਾਹਮਣ ਨੇ, ਇੱਕ ਪੰਡਤ ਨੇ ਤੈਨੂੰ, ਤੇਰੀ ਪਾਲਣਾ ਪੋਸ਼ਣਾ ਕੀਤੀ। ਉਹਦੇ ਕੋਲ ਬੜੇ ਵਿਦਿਆਰਥੀ ਪੜ੍ਹਦੇ ਸੀ ਆ ਕੇ। ਉਹਨੇ ਆਪਣੇ ਵਿਦਿਆਰਥੀ ਦੇ ਨਾਲ ਤੇਰੀ ਸ਼ਾਦੀ ਕਰ ਦਿੱਤੀ ਤੇ ਬ੍ਰਾਹਮਣ ਚੜ੍ਹਾਈ ਕਰ ਗਿਆ। ਉਸ ਤੋਂ ਬਾਅਦ ਤੈਂ ਆਪਣੇ ਪਤੀ ਦੀ ਪਰਵਾਹ ਨਹੀਂ ਕੀਤੀ, ਆਪਣੇ ਪਤੀ ਨੂੰ ਛੱਡ ਕੇ ਪਰ ਪੁਰਸ਼ਾਂ ਦੀ ਸੰਗਤ ਕਰਦੀ ਰਹੀ। ਤੇ ਇੱਥੋਂ ਤੱਕ ਜਿੱਥੇ ਤੂੰ ਆਪ ਪਰ ਪੁਰਸ਼ਾਂ ਦੀ ਸੰਗਤ ਕੀਤੀ ਹੈ, ਆਪਣੇ ਨਾਲ ਦੀਆਂ ਸਖੀਆਂ ਸਹੇਲੀਆਂ
ਉਹਨਾਂ ਨੂੰ ਵੀ ਇਸ ਕਰਮ ਵਿੱਚ ਲਾਣਾ ਕੀਤਾ। 21 ਇਸਤਰੀਆਂ ਇਸ ਤਰ੍ਹਾਂ ਦਾ ਕਹਿੰਦੇ ਇਹ ਕਰਮ ਵਿੱਚ ਲਾਣਾ ਕੀਤੀਆਂ, ਜਿਸ ਕਰਕੇ ਤੈਨੂੰ ਉਹ ਸਜ਼ਾ ਮਿਲੀ ਹੈ। ਤੇਰੇ ਅੱਜ 21 ਪਤੀ ਚੜ੍ਹਾਈ ਕੀਤੇ ਨੇ। ਤੇ ਉਦੋਂ ਭੁੱਬਾ ਮਾਰ ਕੇ ਰੋਣ ਲੱਗੀ। ਕਹਿਣ ਲੱਗੇ, ਮਹਾਂਪੁਰਖ ਕਹਿਣ ਲੱਗੇ, ਹੁਣ ਜਾਣਾ ਕਰ, ਤੇਰਾ ਪਿਤਾ ਹੁਣ ਤੇਰੀ ਸ਼ਾਦੀ ਕਰੇਗਾ, ਤੇਰਾ ਪਤੀ ਚੜ੍ਹਾਈ ਨਹੀਂ ਕਰੇਗਾ, ਤੇਰੇ ਕਰਮ ਹੁਣ ਖਤਮ ਹੋ ਗਏ ਨੇ। ਪਰ ਰੱਬ ਨੂੰ ਦੋਸ਼ ਨਾ ਦੇਣਾ ਕਰ। ਫਿਰ ਗੁਰੂ ਸਵਰੇ ਇਹ ਵਾਪਸ ਗਈ। ਇਹਦੇ ਪਿਤਾ ਨੇ ਦੁਬਾਰਾ ਕੋਈ ਰਾਜਕੁਮਾਰ ਲੱਭ ਕੇ ਦੀ ਸ਼ਾਦੀ ਕਰਨਾ ਕੀਤੀ। ਫਿਰ ਇਹ ਸੁਹਾਗਵੰਤੀ ਬਣੀ ਸੀ। ਸੋ ਕਹਿਣ ਦਾ ਭਾਵ ਹੈ ਕਿ ਇਹ ਮਹਾਂਪੁਰਖ ਸਾਖੀ ਸੁਣਾਉਂਦੇ ਹੁੰਦੇ ਸੀ ਕਿ ਜੋ ਜੀਵ ਦੇ ਕੀਤੇ ਹੋਏ ਕਰਮ ਨੇ ਉਹ ਭੋਗਣੇ ਪੈਂਦੇ ਨੇ। ਤੇ ਗੁਰੂ ਕਿਰਪਾ ਕਰੇ, ਭਾਈ ਸ਼ਮੀਰ ਸਿੰਘ ਵਾਂਗ ਗੁਰੂ ਸਰ ਸਤਿਗੁਰੂ ਜੀ ਸੁਪਨੇ ਵਿੱਚ ਭੁਗਤਾ ਦਿੰਦੇ ਨੇ। ਸਤਿਗੁਰੂ ਕੁਝ ਵੀ ਕਰ ਸਕਦੇ ਨੇ। ਸਤਿਗੁਰੂ ਸਮਰੱਥ ਨੇ, ਸਰਵ ਸ਼ਕਤੀਮਾਨ ਨੇ। ਪਰ ਪਾਤਸ਼ਾਹ ਕਹਿੰਦੇ ਇਹ ਤੈਨੂੰ ਜਿਹੜੇ ਜਿੰਨੇ ਵੀ ਤੂੰ ਕਰਮ ਭੋਗ ਰਹੇ ਆ, ਤੈਨੂੰ ਦੁੱਖ ਆ ਰਹੇ ਨੇ ਜਾਂ ਸੁੱਖ ਨੇ ਤੇਰੇ ਕੋਲ, ਤੇਰੇ ਸਾਰੇ ਆਪਣੇ ਕੀਤੇ ਹੋਏ ਕਰਮਾਂ ਦੇ ਹਨ। ਕਹਿੰਦੇ ਭਾਈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵਾਹਿਗੁਰੂ ਨੂੰ ਭੁਲਾਣ ਕਰਕੇ, ਵਾਹਿਗੁਰੂ ਨੂੰ ਵਿਸਾਰਨ ਕਰਕੇ ਤੈਨੂੰ ਇਹ ਸਾਰੇ ਰੋਗ ਜਿਹੜੇ 3 ਪ੍ਰਕਾਰ ਦੇ ਰੋਗ ਨੇ, ਆਦਿ ਵਿਆਧੀ ਉਪਾਧੀ, ਇਹ ਰੋਗ ਤੈਨੂੰ ਆ ਕੇ ਲੱਗੇ ਹੋਏ ਹਨ। ਇਹਨਾਂ ਦਾ ਤੂੰ ਰੋਗੀ ਹੋਇਆ ਫਿਰਦਾ ਹੈ। ਇਸ ਤਰ੍ਹਾਂ ਤੂੰ ਇਹ ਸਜ਼ਾ ਭੁਗਤ ਰਿਹਾ ਹੈ। ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਹੁਣ ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ। ਬੇਮੁਖ ਜਿਹਦਾ ਮੁੱਖ ਆਪਣੇ ਗੁਰੂ ਵੱਲ ਨਹੀਂ ਹੈ, ਜਿਹਦਾ ਮੁੱਖ ਪਰਮੇਸ਼ਰ ਵੱਲ ਨਹੀਂ ਹੈ, ਉਹਨੂੰ ਆਖਿਆ ਜਾਂਦਾ ਬੇਮੁਖ। ਉਹ ਜਿਹੜੇ ਬੇਮੁਖ ਹੁੰਦੇ ਨੇ ਰਮੰਤੀ ਰਾਮ ਤੋਂ, ਵਾਹਿਗੁਰੂ ਤੋਂ ਬੇਮੁਖ ਹੁੰਦੇ ਨੇ ਨਾ, ਉਹਨਾਂ ਨੂੰ ਫਿਰ ਜਨਮਾਂ ਜਨਮਾਂਤਰਾਂ ਦੇ ਵਿਯੋਗ ਲੱਗ ਜਾਂਦੇ ਨੇ। ਕਈਆਂ ਦਾ ਆਪਾਂ ਜੀਵਨ ਦੇਖਦੇ ਨਾ, ਬਚਪਨ ਤੋਂ ਲੈ ਕੇ ਅੰਤਮ ਸਮੇਂ ਤੱਕ ਉਹਨਾਂ ਦੇ ਘਰਾਂ ਵਿੱਚ ਕਲਾ ਕਲੇਸ਼ ਰਹਿੰਦੀ ਹੈ। ਰੋਗ ਡੇਰਾ ਲਾ ਕੇ ਬੈਠੇ ਹੁੰਦੇ ਨੇ ਤੇ ਕਦੇ ਉਹਨਾਂ ਦੇ ਇਹ ਨਹੀਂ ਸੁਣਿਆ ਜਾਂਦਾ ਮੁੱਖੋਂ ਕਿ ਅਸੀਂ ਬੜੀ ਚੜ੍ਹਦੀ ਕਲਾ ਵਿੱਚ ਹਨ, ਸੁੱਖ ਸ਼ਾਂਤੀ ਨਾਲ ਆਪਾਂ ਆਪਣੇ ਜੀਵਨ ਬਤੀਤ ਕਰ ਰਹੇ ਹਾਂ। ਕਿਉਂਕਿ ਪਰਮਾਤਮਾ ਦਾ ਨਾਮ ਹੀ ਨਹੀਂ ਕਦੇ ਜਪਿਆ, ਕਦੇ ਮੁੱਖੋਂ ਵਾਹਿਗੁਰੂ ਨਹੀਂ ਆਖਣਾ ਕੀਤਾ, ਚੰਗਾ ਕਰਮ ਹੀ ਨਹੀਂ ਕੀਤਾ। ਤੇ ਜਿਹੜੇ ਗੁਰੂ ਸਵਾਰਿਓ ਪ੍ਰਭੂ ਦੇ ਪਿਆਰੇ ਨੇ ਨਾ, ਉਹ ਫਿਰ ਪਰਮਾਤਮਾ ਦੇ ਚਰਨਾਂ 'ਚ ਬਾਰ-ਬਾਰ ਬੇਨਤੀਆਂ ਕਰਦੇ, ਗੁਰੂ ਦੇ ਚਰਨਾਂ 'ਚ ਅਰਾਧਨਾ ਕਰੇ। ਦੁੱਖ ਆ ਵੀ ਜਾਵੇ, ਦੁੱਖ ਵੇਲੇ ਉਹ ਘਬਰਾਉਂਦੇ ਨਹੀਂ, ਫਿਰ ਵੀ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਅਰਦਾਸ ਬੇਨਤੀ ਪਤਾ ਕੀ ਕਹਿੰਦੇ ਨੇ ਕਿ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਉਹ ਇਸ ਤਰ੍ਹਾਂ ਅਰਦਾਸ ਕਰਦੇ, ਬੇਨਤੀ ਕਰਦੇ ਨੇ ਤੇ ਪਰਮਾਤਮਾ ਕਿਰਪਾ ਕਰਦਾ, ਫਿਰ ਉਹਨਾਂ ਦੀ ਸਾਰੇ ਰੋਗਾਂ ਦੀ ਨਿਵਰਤੀ ਕਰ ਦਿੰਦਾ ਹੈ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਨਾ, ਗੁਰੂ ਅਰਜਨ ਦੇਵ ਮਹਾਰਾਜ ਦਾ ਫਰਮਾਨ ਹੈ ਕਿ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਫਿਰ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਜਿੱਥੇ ਬੰਨਾ ਸ਼ਬਦ ਦਾ ਅਰਥ ਵਿਦਵਾਨਾਂ ਨੇ ਪੁੱਤਰ ਕੀਤਾ ਹੈ, ਉੱਥੇ ਬੰਨਾ ਦਾ ਅਰਥ ਗੁਰੂ ਸਾਹਿਬ ਬੰਨ ਲਾ ਦੇਣਾ, ਰੋਕ ਲਾ ਦੇਣੀ। ਤੇ ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਲੜ ਲੱਗਦੇ ਨੇ ਨਾ, ਤੇ ਗੁਰੂ ਪਾਤਸ਼ਾਹ ਵਿਕਾਰਾਂ ਨੂੰ ਬੰਨ ਲਾਉਂਦੇ, ਰੋਕ ਲਾ ਦਿੰਦੇ ਨੇ ਕਿ ਭਾਈ ਤੁਸੀਂ ਇੱਧਰਲੇ ਪਾਸੇ ਨਹੀਂ ਜਾਣਾ। ਹੁਣ ਇੱਧਰ ਮੇਰਾ ਪਿਆਰਾ ਮੈਨੂੰ ਯਾਦ ਕਰਦਾ, ਇਹ ਹਿਰਦਾ ਮੈਨੂੰ ਬੜਾ ਪਸੰਦ ਆ ਗਿਆ, ਇਹ ਹਿਰਦਾ ਸ਼ੁੱਧ ਹੈ, ਇੱਥੇ ਮੇਰੇ ਨਾਮ ਦਾ ਵਾਸਾ, ਇੱਥੇ ਮੇਰਾ ਵਾਸਾ ਹੈ, ਇਹਨਾਂ ਉੱਤੇ ਤੁਸੀਂ ਹਾਵੀ ਨਹੀਂ ਹੋਣਾ। ਗੁਰੂ ਇੰਝ ਬੰਨ ਲਾ ਦਿੰਦਾ ਗੁਰੂ ਸਵਾਰਿਓ। ਪਰ ਮਨਮੁੱਖਾਂ ਜੀਵਾਂ ਦੀ ਸਤਿਗੁਰੂ ਗੱਲ ਕਰਦੇ ਨੇ ਕਿ ਮਨਮੁੱਖ ਜੀਵ ਜਿਹੜੇ ਪਰਮੇਸ਼ਰ ਨੂੰ ਵਿਸਾਰ ਦਿੰਦੇ ਨੇ ਨਾ, ਉਹਨਾਂ ਨੂੰ ਫਿਰ ਜਨਮਾਂ ਜਨਮਾਂਤਰਾਂ ਦੇ ਵਿਯੋਗ ਲੱਗਦੇ ਨੇ। ਵਿਛੋੜਾ ਪੈਣਾ, ਬਾਰ-ਬਾਰ ਜੰਮਣਾ ਮਰਨਾ, ਵਿਛੋੜਾ ਪਈ ਜਾਣਾ, ਇਸ ਤਰ੍ਹਾਂ ਜੰਮਣ ਮਰਨ ਵਿੱਚ ਰਹਿੰਦੇ ਨੇ। ਉਹ ਇਸ ਤਰ੍ਹਾਂ ਜ਼ਿੰਦਗੀ 'ਚ ਸੁੱਖ ਨਹੀਂ ਨਸੀਬ ਕਰ ਸਕਦੇ ਹਨ।
ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇੰਜ ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦੇ ਵਿਯੋਗ ਲੱਗਦੇ ਹਨ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਖਿਨ ਮੈਂ, ਖਿਣ ਮਾਤਰ ਦੇ ਵਿੱਚ ਜਿੰਨੇ ਵੀ ਮਾਇਆ ਦੇ ਭੋਗ ਪਦਾਰਥ